हाँ जी संगत जी, वाहिगुरु जी का खालसा वाहिगुरु जी की फतेह। बेनती है जी लड़ी ਨੂੰ ਜੋੜਨ ਵਾਸਤੇ ਪਿਛਲੀ ਵੀਡੀਓ ਜ਼ਰੂਰ ਸੁਣ ਲੈਣਾ ਜੀ। ਦੂਸਰੇ ਦਿਨ ਸਤਿਗੁਰ ਜੀ ਦਾ ਦੀਵਾਨ ਲੱਗਾ ਤਾਂ ਸਭ ਖਾਲਸਾ ਭੁਜੰਗੀ ਸ਼ਸਤਰ ਸਜਾ ਕੇ ਆਪ ਜੀ ਦੇ ਹਾਜ਼ਰ ਹੋ ਕੇ ਗੱਜ ਕੇ ਗੁਰੂ ਫਤਿਹ ਬੁਲਾ ਕੇ ਅਤੇ ਆਪ ਜੀ ਨੂੰ ਨਮਸਕਾਰ ਕਰਕੇ ਬੈਠਦੇ ਜਾਂਦੇ। ਜਦ ਸਾਰੇ ਸੂਰਮੇ ਆਪ ਜੀ ਦੇ ਦੀਦਾਰ ਕਰਕੇ ਬੈਠ ਗਏ ਤਾਂ ਪਹਾੜੀ ਰਾਜਿਆਂ ਵੱਲੋਂ ਪਿੰਡਾਂ ਵਿੱਚ ਫੌਜੀ ਚੌਕੀਆਂ ਬਿਠਾਉਣ ਦੀ ਅਤੇ ਹੋਰ ਵਿਰੋਧੀ ਗੱਲਾਂ ਕਰਨ ਦੀ ਚਰਚਾ ਛਿੜ ਪਈ। ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਪਹਾੜੀ ਰਾਜੇ ਸੈਨਾ ਨੂੰ ਨਾਲ ਲੈ ਕੇ ਅਨੰਦਪੁਰ ਨੂੰ ਘੇਰਾ ਪਾਉਣਾ ਚਾਹੁੰਦੇ ਹਨ। ਕਈ ਨਿਝੱਕ ਹੋ ਕੇ ਗੁਰੂ ਜੀ ਨਾਲ ਜੰਗ ਛੇੜਨਾ ਚਾਹੁੰਦੇ ਹਨ। ਕਈ ਰਾਜਿਆਂ ਨੇ ਇਹ ਸਲਾਹ ਕੀਤੀ ਕਿ ਗੁਰੂ ਜੀ ਸ਼ਿਕਾਰ ਚੜ੍ਹ ਕੇ ਇੱਧਰ ਸਾਡੇ ਪਾਸ ਆ ਗਏ ਤਾਂ ਅਸੀਂ ਉਹਨਾਂ ਨਾਲ ਜ਼ੋਰ ਅਜਮਾਈ ਕਰਾਂਗੇ। ਪਹਾੜੀਏ ਕਹਿੰਦੇ ਹਨ ਕਿ ਗੁਰੂ ਜੀ ਸੈਨਾ ਲੜਾ ਕੇ ਆਪ ਸਭਾ ਵਿੱਚ ਬੈਠ ਕੇ ਗੱਲਾਂ ਬਣਾਉਂਦੇ ਰਹਿੰਦੇ ਹਨ। ਅਸੀਂ ਸਿੰਘਾਂ ਨਾਲ ਨਹੀਂ ਲੜਾਂਗੇ, ਗੁਰੂ ਜੀ ਨਾਲ ਹੀ ਸਿੱਧੀ ਟੱਕਰ ਲੈ ਕੇ ਉਹਨਾਂ ਨੂੰ ਫੜ ਕੇ ਮਾਰਾਂਗੇ। ਸਿੰਘਾਂ ਦੀਆਂ ਇਹ ਗੱਲਾਂ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਅਸੀਂ ਕੱਲ ਸਵੇਰੇ ਹੀ ਉਸ ਪਾਸੇ ਜਾਵਾਂਗੇ ਅਤੇ ਸ਼ੇਰ ਦਾ ਸ਼ਿਕਾਰ ਕਰਾਂਗੇ। ਦੂਸਰੇ ਦਿਨ ਸਵੇਰ ਹੁੰਦਿਆਂ ਹੀ ਰਣਜੀਤ ਨਗਾਰਾ ਵੱਜ ਉੱਠਿਆ, ਜਿਸ ਦੀ ਗਰਜ ਸੁਣ ਕੇ ਸਾਰਾ ਖਾਲਸਾ ਸ਼ਸਤਰ ਸਜਾ ਕੇ ਤਿਆਰ ਹੋ ਗਿਆ। ਅੱਗੇ ਅੱਗੇ ਉੱਚੀ ਧੁਨ ਨਾਲ ਨਗਾਰਾ ਵਜਾਉਂਦਾ ਜਾ ਰਿਹਾ ਸੀ ਤੇ ਪਿੱਛੇ ਖਾਲਸਾ ਜੈਕਾਰੇ ਬੁਲਾਉਂਦਾ ਹੋਇਆ ਵੱਡੇ ਜੰਗਲ ਵਿੱਚ ਜਾ ਵੜਿਆ। ਜੰਗਲ ਵਿੱਚ ਨਗਾਰਾ ਵੱਜਦਾ ਜਾ ਰਿਹਾ ਤੇ ਖਾਲਸਾ ਬੰਦੂਕਾਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਦਾ ਜਾ ਰਿਹਾ, ਜਿਸ ਨਾਲ ਜੰਗਲ ਵਿੱਚ ਬੜੀ ਹਲਚਲ ਮਚ ਗਈ। ਸ਼ਿਕਾਰ ਖੇਡਦੇ ਅਤੇ ਪਹਾੜਾਂ ਦੀ ਸੈਰ ਕਰਦੇ ਗੁਰੂ ਜੀ ਉਸ ਦਿਸ਼ਾ ਨੂੰ ਗਏ ਜਿੱਧਰ ਪਹਾੜੀ ਰਾਜਿਆਂ ਦਾ ਡੇਰਾ ਲੱਗਾ ਹੋਇਆ ਸੀ। ਰਾਜਾ ਬਲੀਆ ਚੰਦ ਤੇ ਆਲਮ ਚੰਦ, ਜਿਨ੍ਹਾਂ ਨੂੰ ਆਪਣੇ ਬਾਹੂਬਲ ਤੇ ਬਹੁਤ ਮਾਣ ਸੀ, ਨਗਾਰੇ ਦੀ ਧੁਨੀ ਸੁਣ ਕੇ ਸ਼ੀਘਰ ਹੀ ਬੜੇ ਹੌਸਲੇ ਨਾਲ ਆਪਣੀ ਸੈਨਾ ਨੂੰ ਲੜਾਈ ਵਾਸਤੇ ਤਿਆਰ ਕਰਕੇ ਗੁਰੂ ਜੀ ਦੇ ਸਾਹਮਣੇ ਆ ਗਏ। ਸਿੰਘ ਥੋੜੇ ਸਨ ਅਤੇ ਪਹਾੜੀ ਦਲ ਬਹੁਤ ਸੀ। ਆਮੋ ਸਾਹਮਣੇ ਬੰਦੂਕਾਂ ਚੱਲਣ ਲੱਗ ਪਈਆਂ। ਗੁਰੂ ਜੀ ਲੜਾਈ ਦਾ ਦਾਅ ਘਾਵ ਵੇਖਣ ਵਾਸਤੇ ਆਪ ਇੱਕ ਪਾਸੇ ਨੂੰ ਦੂਰ ਜਾ ਕੇ ਖੜੇ ਹੋ ਗਏ। ਸਿੰਘਾਂ ਨੇ ਜਦ ਆਪਣੇ ਵਿੱਚ ਗੁਰੂ ਜੀ ਨੂੰ ਨਾ ਵੇਖਿਆ ਤਾਂ ਉਹ ਘਬਰਾ ਗਏ, ਜਿਸ ਕਰਕੇ ਸਿੰਘਾਂ ਦੇ ਹੌਸਲੇ ਡੋਲ ਗਏ ਤੇ ਪੈਰ ਉਖੜਨ ਲੱਗ ਪਏ ਤੇ ਕੁਝ ਸਿੰਘ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ। ਜਦ ਇਹ ਦਸ਼ਾ ਹੋ ਗਈ ਤਾਂ ਇੱਕ ਸਿੰਘ ਘੋੜਾ ਦੌੜਾ ਕੇ ਗੁਰੂ ਜੀ ਪਾਸ ਆ ਗਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੇ ਬਿਰਦ ਦੀ ਲਾਜ ਰੱਖੋ। ਜੇ ਪਹਾੜੀਆਂ ਤੋਂ ਖਾਲਸੇ ਨੂੰ ਹਾਰ ਹੋ ਗਈ ਤਾਂ ਸਾਡਾ ਇੱਥੇ ਰਹਿਣਾ ਕਠਿਨ ਹੋ ਜਾਏਗਾ। ਪਹਾੜੀਏ ਸਾਨੂੰ ਦੁਬੇਲ ਬਣਾ ਲੈਣਗੇ। ਖਾਲਸੇ ਦੇ ਸਿਰ ਤੇ ਹੱਥ ਰੱਖ ਕੇ ਪਹਾੜੀਆਂ ਦਾ ਹੰਕਾਰ ਤੋੜੋ। ਸਿੱਖ ਤੋਂ ਇਹ ਸੁਣ ਕੇ ਸਤਿਗੁਰ ਜੀ ਬੋਲੇ, ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ, ਆਪ ਸਿੰਘ ਆਪੇ ਵਿਪਨ ਬਿਰਦ ਬਿਹਾਰੀ ਰਾਠ। ਅਰਥਾਤ ਗੁਰੂ ਦੀ ਬਾਣੀ ਦਾ ਪਾਠ ਕਰਕੇ ਖਾਲਸਾ ਆਪਣੇ ਆਪ ਨੂੰ ਸਿਦਕੀ ਕਹਿੰਦਾ ਸੀ, ਆਪ ਹੀ ਸ਼ੇਰ ਅਤੇ ਆਪ ਹੀ ਜੰਗਲ ਬਣਦਾ ਸੀ, ਪਰ ਹੁਣ ਕਿਉਂ ਸਾਡੇ ਬਿਰਦ ਦਾ ਵਾਸਤਾ ਪਾਉਂਦਾ ਹੈ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ। ਇਹਨਾਂ ਬਚਨਾਂ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਕੁਝ ਹੰਕਾਰ ਵਿੱਚ ਹੋ ਗਿਆ ਸੀ, ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਉਹਨਾਂ ਨੂੰ ਰਣ ਖੇਤਰ ਵਿੱਚ ਛੱਡ ਕੇ ਲਾਂਬੇ ਹੋ ਗਏ ਸਨ। ਪਹਾੜੀਆਂ ਤੋਂ ਮਾਰ ਖਾ ਕੇ ਜਦ ਖਾਲਸੇ ਦਾ ਹੰਕਾਰ ਦੂਰ ਹੋ ਗਿਆ ਤਾਂ ਉਹਨਾਂ ਨੇ ਗੁਰੂ ਜੀ ਅੱਗੇ ਬਿਰਦ ਰੱਖਣ ਦਾ ਵਾਸਤਾ ਪਾਇਆ, ਜਿਸ ਕਰਕੇ ਗੁਰੂ ਜੀ ਨੇ ਆਪਣੀ ਸ਼ਕਤੀਸ਼ਾਲੀ 5 ਬਾਣੀਆਂ ਨਾਲ ਹੀ ਪਹਾੜੀਆਂ ਦੇ ਹੌਸਲੇ ਤੋੜ ਦਿੱਤੇ। ਇਸ ਦੋਹਰੇ ਦੁਆਰਾ ਸਿੰਘਾਂ ਨੂੰ ਉਹਨਾਂ ਦੇ ਹੰਕਾਰੀ ਹੋਣ ਦਾ ਸੁਝਾਅ ਦੇ ਕੇ ਆਪ ਜੀ ਨੇ ਉੱਚੇ ਥਾਂ ਖੜੇ ਹੋ ਕੇ 5 ਤੀਰ ਪਹਾੜੀਆਂ ਉੱਤੇ ਛੱਡੇ। ਜਦ ਉਹ ਬਾਣ ਛੂਕਦੇ ਹੋਏ ਬੜੀ ਉੱਚੀ ਆਵਾਜ਼ ਨਾਲ ਗੁਰੂ ਜੀ ਦੇ ਧਨੁੱਖ ਵਿੱਚੋਂ ਚੱਲੇ ਤਾਂ 4 ਚੁਫੇਰੇ ਤੋਂ ਗੁਪਤ ਫੌਜਾਂ ਉਛਲ ਕੇ ਆਉਂਦੀਆਂ ਖਾਲਸੇ ਨੂੰ ਦਿਸੀਆਂ, ਜਿਨ੍ਹਾਂ ਨੇ ਆਣ ਕੇ ਭਿਆਨਕ ਯੁੱਧ ਆਰੰਭ ਕਰ ਦਿੱਤਾ। ਸ਼ਸਤਰਾਂ ਉੱਤੇ ਸ਼ਸਤਰਾਂ ਦੇ ਵਾਰ ਹੋਣ ਲੱਗੇ। ਦੋਵੇਂ ਪਾਸੇ ਹੈਰਾਨ ਹੁੰਦੇ ਕਿ ਆਕਾਸ਼ੀ ਫੌਜਾਂ ਕਿੱਥੋਂ ਆ ਗਈਆਂ ਹਨ। ਗੋਲਿਆਂ, ਬੰਦੂਕਾਂ, ਢੋਲ, ਨਗਾਰੇ ਆਦਿਕ ਦੇ ਚੱਲਣ ਵੱਜਣ ਨਾਲ ਅਤੇ ਸੂਰਮਿਆਂ ਦੇ ਹਲਾਹੂਲ ਬੋਲਣ ਨਾਲ ਬਹੁਤ ਰੌਲਾ ਮਚ ਗਿਆ। ਆਪਣੀ ਫੌਜ ਦੀ ਹਾਰ ਹੁੰਦੀ ਵੇਖ ਕੇ ਬਲੀਆ ਚੰਦ ਅੱਗੇ ਹੋ ਕੇ ਲੜਨ ਲੱਗਾ। ਇਸ ਦਾ ਟਾਕਰਾ ਕਰਨ ਵਾਸਤੇ ਉਦੇ ਸਿੰਘ ਆਪਣੇ ਸਾਥੀ ਲੈ ਕੇ ਇਸ ਦੇ ਸਾਹਮਣੇ ਆ ਗਿਆ। ਦੂਜਾ ਰਾਜਾ ਆਲਮ ਚੰਦ ਵੀ ਅੱਗੇ ਹੋ ਕੇ ਸੂਰਮਿਆਂ ਨੂੰ ਵੰਗਾਰਨ ਲੱਗਾ ਕਿ ਕੋਈ ਸੂਰਮਾ ਮੇਰੇ ਸਾਹਮਣੇ ਆਵੇ। ਇਸ ਦੀ ਵੰਗਾਰ ਸੁਣ ਕੇ ਭਾਈ ਆਲਮ ਸਿੰਘ ਗੁੱਸੇ ਨਾਲ ਤਲਵਾਰ ਨੰਗੀ ਕਰਕੇ ਇਸ ਦੇ ਸਾਹਮਣੇ ਹੋਇਆ। ਦੋਵੇਂ ਸੂਰਮੇ ਆਲਮ ਚੰਦ ਤੇ ਆਲਮ ਸਿੰਘ ਤਲਵਾਰਾਂ ਨਾਲ ਯੁੱਧ ਕਰਨ ਲੱਗੇ। ਆਲਮ ਸਿੰਘ ਨੇ ਆਲਮ ਚੰਦ ਦੀ ਤਲਵਾਰ ਦਾ ਵਾਰ
ਆਪਣੀ ਢਾਲ ਉੱਤੇ ਰੋਕ ਕੇ ਆਲਮ ਚੰਦ ਉੱਤੇ ਵਾਰ ਕਰਕੇ ਉਸ ਦੀ ਤਲਵਾਰ ਵਾਲੀ ਸੱਜੀ ਬਾਹ ਕੱਟ ਦਿੱਤੀ, ਜਿਸ ਕਰਕੇ ਆਲਮ ਚੰਦ ਨਕਾਰਾ ਹੋ ਕੇ ਭੱਜ ਗਿਆ। ਦੂਸਰਾ ਰਾਜ ਬਲੀਆ ਚੰਦ, ਜੋ ਬੜੇ ਗੁੱਸੇ ਨਾਲ ਸਿੰਘਾਂ ਨੂੰ ਬਾਣਾਂ ਨਾਲ ਘਾਇਲ ਕਰ ਰਿਹਾ ਸੀ, ਉਸ ਦੇ ਸਾਹਮਣੇ ਹੋ ਕੇ ਉਦੇ ਸਿੰਘ ਨੇ ਸਿੰਘਾਂ ਨੂੰ ਲਲਕਾਰਿਆ ਕਿ ਵੇਖਦੇ ਕੀ ਹੋ, ਦੁਸ਼ਮਣ ਵਧਿਆ ਆ ਰਿਹਾ ਹੈ, ਉਸ ਉੱਤੇ ਗੋਲੀਆਂ ਦੀ ਬੁਛਾੜ ਕਰ ਦਿਓ। ਇਹ ਲਲਕਾਰ ਸੁਣ ਕੇ ਸਿੰਘਾਂ ਨੇ ਇੱਕੋ ਵਾਰ ਹੀ ਮਿਲ ਕੇ ਬੰਦੂਕਾਂ ਚਲਾ ਦਿੱਤੀਆਂ, ਜਿਨ੍ਹਾਂ ਨਾਲ ਬਲੀਆ ਚੰਦ ਦੇ ਬਹੁਤ ਸਾਥੀ ਮਾਰੇ ਗਏ ਅਤੇ ਉਹ ਆਪ ਇੱਕ ਗੋਲੀ ਪੇਟ ਵਿੱਚ ਲੱਗਣ ਨਾਲ ਫੱਟੜ ਹੋ ਕੇ ਪਿੱਛੇ ਭੱਜ ਗਿਆ। ਉਸ ਦੇ ਭੱਜਣ ਨਾਲ ਉਸ ਦੇ ਸੈਨਿਕ ਵੀ ਨੱਠ ਗਏ ਅਤੇ ਸਿੰਘਾਂ ਦੀ ਜਿੱਤ ਹੋ ਗਈ। ਭਾਈ ਰਾਮ ਕੁਇਰ ਜੀ ਨੇ ਸੰਗਤ ਨੂੰ ਦੱਸਿਆ ਕਿ ਮੈਂ ਉਸ ਸਮੇਂ ਗੁਰੂ ਜੀ ਦੇ ਪਾਸ ਯੁੱਧ ਵਿੱਚ ਸੀ। ਜਦ ਮੈਂ ਬਹੁਤ ਸਿੰਘ ਸ਼ਹੀਦ ਹੋਏ ਵੇਖੇ ਤਾਂ ਮੇਰਾ ਮਨ ਡਰ ਨਾਲ ਕੰਬ ਗਿਆ। ਮੈਨੂੰ ਡਰਿਆ ਵੇਖ ਕੇ ਗੁਰੂ ਜੀ ਨੇ ਹੱਸ ਕੇ ਕਿਹਾ, ਜਿਸ ਤਰ੍ਹਾਂ ਊਦੋ ਨੂੰ ਆਪਣੀ ਖੁਸ਼ੀ ਨਾਲ ਹੀ ਸੰਸਾਰ ਵਿੱਚ ਛੱਡ ਕੇ ਕ੍ਰਿਸ਼ਨ ਜੀ ਪਰਲੋਕ ਚਲੇ ਗਏ ਸਨ, ਇਸੇ ਤਰ੍ਹਾਂ ਅਸੀਂ ਵੀ ਤੈਨੂੰ ਸੰਸਾਰ ਤੇ ਛੱਡ ਕੇ ਆਪ ਸੱਚਖੰਡ ਨੂੰ ਪਹਿਲਾਂ ਚਲੇ ਜਾਵਾਂਗੇ। ਤੂੰ ਡਰ ਨਹੀਂ, ਨਿਰਭੈ ਤੇ ਬੇਡਰ ਹੋ ਜਾ। ਜਦੋਂ ਸਤਿਗੁਰੂ ਜੀ ਨੇ ਇਉਂ ਆਖਿਆ ਤਾਂ ਮੈਂ ਰੋਣ ਲੱਗ ਪਿਆ। ਗੁਰੂ ਜੀ ਨੇ ਕਿਹਾ, ਤੂੰ ਰੋ ਨਹੀਂ, ਖਾਲਸਾ ਦੁਸ਼ਮਣਾਂ ਨੂੰ ਜਿੱਤ ਕੇ ਆ ਰਿਹਾ ਹੈ। ਇਤਨੇ ਸਮੇਂ ਨੂੰ ਖਾਲਸਾ ਫਤਿਹ ਪ੍ਰਾਪਤ ਕਰਕੇ ਆ ਗਿਆ ਅਤੇ ਸ਼ਹੀਦਾਂ ਦੀ ਆਕਾਸ਼ੀ ਫੌਜ ਗੁਪਤ ਹੋ ਗਈ। ਉਪਰੰਤ ਸਤਿਗੁਰੂ ਜੀ ਨੇ ਸਾਰੇ ਸ਼ਹੀਦ ਸਿੰਘਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਸੰਸਕਾਰ ਕਰਾਇਆ ਅਤੇ ਫੱਟੜਾਂ ਨੂੰ ਚੁੱਕ ਕੇ ਆਨੰਦਪੁਰ ਲਿਆ ਕੇ ਉਹਨਾਂ ਦੀ ਮਰਮ ਪੱਟੀ ਕਰਾਈ। ਪਹਾੜੀ ਰਾਜੇ ਆਪਣੀ ਹਾਰ ਵੇਖ ਕੇ ਬੜੇ ਹੈਰਾਨ ਹੋਏ ਕਿ ਗੁਰੂ ਜੀ ਪਾਸ ਥੋੜੀ ਜਿਹੀ ਫੌਜ ਹੈ। ਅਸੀਂ ਆਪਣੇ 2 ਰਾਜਿਆਂ ਨਾਲ ਬਹੁਤ ਸਾਰੀ ਫੌਜ ਭੇਜੀ ਸੀ। ਫੇਰ ਗੁਰੂ ਜੀ ਨੇ ਜਿੱਤ ਕਿਸ ਤਰ੍ਹਾਂ ਪ੍ਰਾਪਤ ਕਰ ਲਈ? ਬਲੀਆ ਚੰਦ ਤੇ ਆਲਮ ਚੰਦ ਦੋਵੇਂ ਬਹਾਦਰ ਯੁੱਧ ਵਿਦਿਆ ਦੇ ਜਾਣੂ, ਫੇਰ ਉਹ ਫੱਟੜ ਹੋ ਕੇ ਭੱਜ ਕਿਉਂ ਆਏ? ਜੇਕਰ ਗੁਰੂ ਜੀ ਪਾਸ ਵੀ ਸਾਡੇ ਵਾਂਗੂ ਟਿੱਡੀ ਦਲ ਫੌਜ ਹੋਵੇ ਤਾਂ ਫਿਰ ਸਾਡੇ ਰਾਜ ਕਿੱਥੇ ਰਹਿ ਸਕਦੇ ਹਨ? ਕਮੀਨੀਆਂ ਜਾਤਾਂ ਦੇ ਲੋਕ ਪੌਲ ਲੈ ਕੇ ਕੇਸ, ਕੱਛ ਤੇ ਤਲਵਾਰ ਧਾਰਨ ਕਰ ਲੈਂਦੇ ਹਨ ਅਤੇ ਮਾਰਾ ਬਕਾਰਾ ਕਰਕੇ ਕਿਸੇ ਪਾਤਸ਼ਾਹ ਰਾਜੇ ਨੂੰ ਕੁਝ ਨਹੀਂ ਸਮਝਦੇ। ਇਸ ਤਰ੍ਹਾਂ ਰੋਜ਼ ਨਿੱਤਾ ਪ੍ਰਤੀ ਵੱਧਦੇ ਹੀ ਜਾਂਦੇ ਹਨ। ਇਹਨਾਂ ਦਾ ਹੁਣੇ ਹੀ ਉਪਾਅ ਕਰਨਾ ਚਾਹੀਦਾ ਹੈ। ਹੁਣ ਤਾਂ ਕੁਝ ਹੋ ਸਕਦਾ ਹੈ, ਪਰ ਜੇ ਵੱਧ ਗਏ ਤਾਂ ਫੇਰ ਕੁਝ ਨਹੀਂ ਬਣ ਸਕੇਗਾ। ਹੁਣ ਤਾਂ ਸਿੰਘ ਸੈਂਕੜਿਆਂ ਦੀ ਗਿਣਤੀ ਵਿੱਚ ਹਨ, ਜਦ ਇਹਨਾਂ ਦੀ ਹਜ਼ਾਰਾਂ ਲੱਖਾਂ ਦੀ ਗਿਣਤੀ ਹੋ ਜਾਵੇਗੀ ਫਿਰ ਇਹਨਾਂ ਅੱਗੇ ਕੌਣ ਅੜ ਸਕੇਗਾ? ਇਸ ਤਰ੍ਹਾਂ ਪਹਾੜੀ ਰਾਜੇ ਸਲਾਹਾਂ ਕਰਕੇ ਗੁਰੂ ਜੀ ਨੂੰ ਦਬਾਉਣ ਵਾਸਤੇ ਬਾਦਸ਼ਾਹਾਂ ਦੀ ਫੌਜ ਨੂੰ ਸੱਦਣਾ ਚਾਹੁੰਦੇ ਸਨ। ਔਰੰਗਜ਼ੇਬ ਬਾਦਸ਼ਾਹ ਇਸ ਸਮੇਂ ਦੱਖਣ ਗਿਆ ਹੋਇਆ ਸੀ। ਉੱਥੇ ਉਸ ਪਾਸ ਭੇਜਣ ਵਾਸਤੇ ਰਾਜਿਆਂ ਨੇ ਇੱਕ ਵਕੀਲ ਤਿਆਰ ਕੀਤਾ। ਹਰ ਇੱਕ ਰਾਜੇ ਨੇ ਹਜ਼ਾਰਾਂ ਰੁਪਇਆਂ ਦੀ ਵੱਖੋ ਵੱਖਰੀਆਂ ਆਪਣੀਆਂ ਭੇਟਾਂ ਬਾਦਸ਼ਾਹ ਨੂੰ ਦੇਣ ਵਾਸਤੇ ਵਕੀਲ ਨੂੰ ਤੋਰਿਆ। ਬਾਦਸ਼ਾਹ ਨੂੰ ਦੇਣ ਵਾਸਤੇ ਵਕੀਲ ਨੂੰ ਲਿਖ ਕੇ ਇੱਕ ਚਿੱਠੀ ਦਿੱਤੀ ਕਿ ਗੁਰੂ ਜੀ ਨੇ ਦੇਸ਼ ਵਿੱਚ ਉਦਮ ਮਚਾਇਆ ਹੋਇਆ ਹੈ। ਉਹਨਾਂ ਨੇ ਇੱਕ ਨਵਾਂ ਪੰਥ ਖਾਲਸਾ ਪੈਦਾ ਕੀਤਾ ਹੈ ਅਤੇ ਸਾਡੇ ਨਾਲ ਉਹਨਾਂ ਨੇ ਕਈ ਲੜਾਈਆਂ ਲੜੀਆਂ ਹਨ। ਬਾਦਸ਼ਾਹ ਦਾ ਉਹ ਕੋਈ ਡਰ ਨਹੀਂ ਰੱਖਦੇ, ਜਿੱਧਰ ਕਿੱਧਰ ਜੰਗ ਹੀ ਕਰਦੇ ਫਿਰਦੇ ਹਨ। ਤੁਹਾਡੇ ਨਾਲ ਵੀ ਇਹਨਾਂ ਨੇ ਕਿਸੇ ਵੇਲੇ ਵਿਗੜ ਜਾਣਾ ਹੈ। ਇਸ ਕਰਕੇ ਅਸਾਂ ਤੁਹਾਨੂੰ ਸਾਰੀ ਖਬਰ ਭੇਜ ਦਿੱਤੀ ਹੈ। ਇਹਨਾਂ ਦਾ ਹੁਣੇ ਹੀ ਉਪਾਅ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਦਿਨ ਪ੍ਰਤੀ ਦਿਨ ਜ਼ੋਰ ਫੜਦੇ ਜਾ ਰਹੇ ਹਨ। ਤੁਸੀਂ ਆਪਣੀ ਫੌਜ ਭੇਜੋ ਜੋ ਸਾਡੇ ਨਾਲ ਮਿਲ ਕੇ ਇਹਨਾਂ ਨੂੰ ਇੱਥੋਂ ਜੰਗ ਕਰਕੇ ਕੱਢ ਦੇਵੇ। ਇਹ ਵਕੀਲ ਪਹਿਲਾਂ ਦਿੱਲੀ ਸੂਬੇ ਪਾਸ ਗਿਆ ਅਤੇ ਉਸ ਨੂੰ ਜਾ ਕੇ ਰਾਜਿਆਂ ਵੱਲੋਂ ਸਾਰੀ ਗੱਲ ਦੱਸੀ। ਸੂਬੇ ਨੇ ਸਾਰੇ ਹਾਲਾਤ ਲਿਖ ਕੇ ਔਰੰਗਜ਼ੇਬ ਨੂੰ ਭੇਜ ਦਿੱਤੇ ਅਤੇ ਵਕੀਲ ਨੂੰ ਆਖਿਆ ਕਿ ਜਦੋਂ ਬਾਦਸ਼ਾਹ ਦਾ ਹੁਕਮ ਆ ਜਾਵੇਗਾ ਤੁਹਾਨੂੰ ਸਹਾਇਤਾ ਵਾਸਤੇ ਸ਼ਾਹੀ ਸੈਨਾ ਸ਼ੀਘਰ ਹੀ ਭੇਜ ਦਿੱਤੀ ਜਾਵੇਗੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।